ਹੈਲੋ एवरीवन। ਅੱਜ ਆਪਣਾ ਨੈਕਸਟ ਟੌਪਿਕ ਜਿਹੜਾ ਅਸੀਂ ਅੱਜ ਕਵਰ ਕਰਨ ਜਾ ਰਹੇ ਹਾਂ ਕਲਾਸ +2 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਬਿਜ਼ਨਸ ਸਟੱਡੀ ਦਾ, ਉਹ ਹੈ ਜੀ ਆਬਜੈਕਟਿਵਸ ਆਫ ਮੈਨੇਜਮੈਂਟ। ਹੁਣ ਇਹ ਇਸ ਚੈਪਟਰ ਦਾ ਜਿਹੜਾ ਚੌਥਾ ਟੌਪਿਕ ਹੈ ਤੇ ਇਸ ਟੌਪਿਕ ਦੇ ਵਿੱਚ ਜਿਹੜਾ ਅਸੀਂ ਅੱਜ ਕਵਰ ਕਰਾਂਗੇ ਆਬਜੈਕਟਿਵ ਕਵਰ ਕਰਾਂਗੇ। ਆਬਜੈਕਟਿਵ 3 ਹੈਡਿੰਗ ਦੇ ਵਿੱਚ ਕਵਰ ਕਰਾਂਗੇ। ਸੋ ਇਹਨਾਂ ਆਬਜੈਕਟਿਵਸ ਨੂੰ ਯਾਨੀ ਕੀ ਟਾਰਗੇਟ ਇੱਕ ਮੈਨੇਜਮੈਂਟ ਦੇ ਹੋਣੇ ਚਾਹੀਦੇ ਆ, ਕੀ ਆਬਜੈਕਟਿਵ ਇੱਕ ਮੈਨੇਜਮੈਂਟ ਦੇ ਹੋਣੇ ਚਾਹੀਦੇ ਆ, ਉਹਨਾਂ ਨੂੰ ਅਸੀਂ 3 ਹੈਡਿੰਗ ਦੇ ਵਿੱਚ ਪੜ੍ਹਨਾ ਹੈ। ਜਿਹਦੇ ਵਿੱਚ ਸਭ ਤੋਂ ਪਹਿਲੀ ਹੈਡਿੰਗ ਹੋਏਗੀ ਆਰਗੇਨਾਈਜੇਸ਼ਨਲ ਆਬਜੈਕਟਿਵ, ਕਿ ਜੇ ਆਪਾਂ ਆਰਗੇਨਾਈਜੇਸ਼ਨ ਦੇ ਪੁਆਇੰਟ ਆਫ ਵਿਊ ਦੇ ਨਾਲ ਵੇਖੀਏ ਤਾਂ ਕੀ ਆਬਜੈਕਟਿਵ ਹੋਣਗੇ। ਦੂਸਰੀ ਜਿਹੜੀ ਹੈਡਿੰਗ ਆਊਗੀ ਇਹਦੇ ਵਿੱਚ ਸੋਸ਼ਲ ਆਬਜੈਕਟਿਵ, ਕਿ ਜੇਕਰ ਅਸੀਂ ਸੋਸ਼ਲ ਆਬਜੈਕਟਿਵ ਦੇ ਰੂਪ ਦੇ ਵਿੱਚ ਦੇਖੀਏ ਜਾਂ ਇਹ ਕਹਿ ਲਓ ਸਮਾਜਿਕ ਤੌਰ 'ਤੇ ਦੇਖੀਏ ਤੇ ਆਪਣੇ ਕੀ ਆਬਜੈਕਟਿਵ ਹੋਣੇ ਚਾਹੀਦੇ ਆ ਸਮਾਜ ਨੂੰ ਦੇਖਦੇ ਹੋਏ। ਤੇ ਤੀਸਰਾ ਜਿਹੜਾ ਹੈ ਜੀ ਪਰਸਨਲ ਆਬਜੈਕਟਿਵ, ਜੇਕਰ ਆਪਾਂ ਆਪਣੇ ਐਮਪਲੋਈਜ਼ ਦੀ ਗੱਲ ਕਰੀਏ ਤੇ ਐਮਪਲੋਈਜ਼ ਦੇ ਲਈ ਸਾਡਾ ਕੀ ਆਬਜੈਕਟਿਵ ਜਿਹੜਾ ਹੈ ਹੋਣਾ ਚਾਹੀਦਾ ਹੈ। ਸੋ ਇਹ 3 ਹੈਡਿੰਗ ਦੇ ਵਿੱਚ ਆਪਾਂ ਇਹ ਆਬਜੈਕਟਿਵ ਪੜ੍ਹਨੇ ਆ। ਵੀਡੀਓ ਥੋੜੀ ਲੰਬੀ ਹੋ ਸਕਦੀ ਆ, ਮੈਂ ਕੋਸ਼ਿਸ਼ ਕਰੂੰਗਾ ਕਿ ਵੀਡੀਓ ज़्यादा ਲੰਬੀ ਨਾ ਬਣੇ। ਸੋ ਪਹਿਲਾ ਸ਼ੁਰੂ ਕਰਦੇ ਹਾਂ ਜੀ ਆਰਗੇਨਾਈਜੇਸ਼ਨਲ ਆਬਜੈਕਟਿਵ ਕਿਹੜੇ ਹੋ ਸਕਦੇ ਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਹੀ ਸਰਵਾਈਵਲ, ਸਭ ਤੋਂ ਬੇਸਿਕ ਕਿ ਬਿਜ਼ਨਸ ਦਾ ਇਹ ਆਬਜੈਕਟਿਵ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਇਸ ਇਹ ਕਹਿ ਲਓ ਵੀ ਕੰਪਲੀਕੇਟਡ ਮਾਰਕੀਟ ਦੇ ਵਿੱਚ ਸਰਵਾਈਵ ਕਰਨਾ ਹੈ, ਕਿਉਂਕਿ ਅੱਜ ਕੱਲ੍ਹ ਕੰਪੀਟੀਸ਼ਨ ਇੰਨਾ ਜ਼ਿਆਦਾ ਹੈ, ਇੰਨੀ ਕੰਪੀਟੀਟਿਵ ਮਾਰਕੀਟ ਹੈ ਕਿ ਉਸ ਮਾਰਕੀਟ ਦੇ ਵਿੱਚ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੈ। ਇਸ ਕਰਕੇ ਇੰਨੇ ਕੰਪੀਟੀਸ਼ਨ ਦੇ ਵਿੱਚ ਉਹੀ ਬਿਜ਼ਨਸ ਸਰਵਾਈਵ ਕਰ ਸਕਦਾ ਹੈ ਜਿਹੜਾ ਸੈਟਿਸਫੈਕਟਰੀ ਪ੍ਰੋਫਿਟ ਕਮਾ ਰਿਹਾ, ਜਿਹਨੂੰ ਜਿਹੜਾ ਬਹੁਤ ਘੱਟ ਖਰਚੇ ਦੇ ਉੱਪਰ ਬਹੁਤ ਵੱਧ ਪ੍ਰੋਫਿਟ ਜਿਹੜਾ ਅਰਨ ਕਰ ਰਿਹਾ। ਸੋ ਸਭ ਤੋਂ ਪਹਿਲਾਂ ਆਪਣਾ ਟਾਰਗੇਟ ਇਹੀ ਹੋਣਾ ਚਾਹੀਦਾ ਕਿਸੇ ਵੀ ਆਰਗੇਨਾਈਜੇਸ਼ਨ ਦਾ ਕਿ ਆਪਾਂ ਸਰਵਾਈਵ ਕਰਨਾ ਹੈ। ਦੂਸਰਾ ਪੁਆਇੰਟ ਗਰੋਥ ਐਂਡ ਪ੍ਰੋਸਪੈਰਿਟੀ। ਦੂਸਰਾ ਆਪਣਾ ਇਹ ਹੋਣਾ ਚਾਹੀਦਾ ਕਿ ਆਪਾਂ ਆਪਣੇ ਬਿਜ਼ਨਸ ਨੂੰ ਗਰੋ ਕਰੀਏ, ਡਿਵੈਲਪ ਕਰੀਏ, ਕਿਉਂਕਿ ਇੱਕ ਬਿਜ਼ਨਸ ਜਿੰਨੀ ਦੇਰ ਤੱਕ ਆਪਣੇ ਡਿਵੈਲਪਮੈਂਟ ਬਾਰੇ ਨਹੀਂ ਸੋਚਦਾ ਉਹ ਉੱਥੇ ਹੀ ਰਹਿ ਜਾਂਦਾ। ਇਸ ਕਰਕੇ ਜਿਹੜੇ ਬਿਜ਼ਨਸ ਆਪਣੇ ਆਪ ਨੂੰ ਗਰੋ ਕਰਨ ਬਾਰੇ, ਆਪਣੀ ਪ੍ਰੋਸਪੈਰਿਟੀ ਬਾਰੇ ਸੋਚਦੇ ਆ, ਉਹ ਬਿਜ਼ਨਸ ਹਰ ਸਾਲ ਜਾਂ ਕਹਿ ਲਓ ਕਿ ਉਹਨਾਂ ਨੇ ਆਪਣੇ ਜਿਹੜੇ ਟਾਰਗੇਟ ਅਚੀਵ ਕੀਤੇ ਹੁੰਦੇ ਆ ਜਾਂ ਟਾਰਗੇਟ ਬਣਾਏ ਹੁੰਦੇ ਆ, ਜਿਵੇਂ ਉਹ ਟਾਰਗੇਟ ਅਚੀਵ ਕਰੀ ਜਾਂਦੇ ਆ ਉਵੇਂ ਉਹ ਗਰੋ ਕਰੀ ਜਾਂਦੇ ਆ। ਸੋ ਸੇਲਸ ਨੂੰ ਇਨਕਰੀਜ਼ ਕਰਨਾ, ਬ੍ਰਾਂਚਿਸ ਵੱਧ ਤੋਂ ਵੱਧ ਖੋਲ੍ਹਣੀਆਂ, ਪ੍ਰੋਫਿਟ ਵੱਧ ਤੋਂ ਵੱਧ ਕਮਾਉਣਾ, ਆਪਣੇ ਨੰਬਰ ਆਫ ਐਮਪਲੋਈਜ਼ ਵੱਧ ਤੋਂ ਵੱਧ ਜਿਹੜੇ ਆ ਹਾਇਰ ਕਰਨੇ। ਸੋ ਇਹ ਸਾਰੇ ਦੇ ਸਾਰੇ ਇਸ ਗਰੋਥ ਦਾ, ਪ੍ਰੋਸਪੈਰਿਟੀ ਦਾ, ਇਹ ਕਹਿ ਸਕਦੇ ਕਿ ਆਪਾਂ ਇੱਕ ਜਿਨ੍ਹਾਂ ਤੋਂ ਆਪਾਂ ਜੱਜ ਕਰੀਏ ਕਿ ਆਪਣੀ ਗਰੋਥ ਹੋਈ ਕਿ ਨਹੀਂ ਹੋਈ, ਇਹ ਉਹਨਾਂ ਦੇ ਲਿੰਕ ਹੋ ਸਕਦੇ ਆ। ਸੋ ਤੀਸਰਾ ਪੁਆਇੰਟ ਜਿਹੜਾ ਅਸੀਂ ਆਬਜੈਕਟਿਵ ਮੈਨੇਜਮੈਂਟ ਦਾ ਲੈ ਸਕਦੇ ਹਾਂ ਉਹ ਹੈ ਜੀ ਮੈਕਸਿਮਮ ਪ੍ਰੋਫਿਟ ਐਂਡ ਮਿਨੀਮਮ ਕੋਸਟ। ਜ਼ਿਆਦਾ ਐਕਸਪਲੇਨ ਨਾ ਕਰਾਂ ਇਹਨੂੰ ਮੈਂ, ਕਿ ਮੈਕਸਿਮਮ ਪ੍ਰੋਫਿਟ ਕਮਾਉਣਾ, ਮਿਨੀਮਮ ਕੋਸਟ ਯਾਨੀ ਘੱਟ ਤੋਂ ਘੱਟ ਖਰਚੇ ਦੇ ਉੱਪਰ ਵੱਧ ਤੋਂ ਵੱਧ ਪੈਸਾ ਕਮਾਉਣਾ, ਇਹ ਤੀਸਰਾ ਆਬਜੈਕਟਿਵ ਜਿਹੜਾ ਹੈ ਹੋਣਾ ਚਾਹੀਦਾ। ਚੌਥਾ ਇੰਪਰੂਵਮੈਂਟ ਇਨ ਪਰਫਾਰਮੈਂਸ, ਯਾਨੀ ਆਪਣੀ ਪਰਫਾਰਮੈਂਸ ਨੂੰ ਇੰਪਰੂਵ ਕਰਦੇ ਰਹਿਣਾ, ਇਹ ਵੀ ਇੱਕ ਮੈਨੇਜਮੈਂਟ ਦਾ ਇਹ ਆਬਜੈਕਟਿਵ ਹੋਣਾ ਚਾਹੀਦਾ ਹੈ ਕਿ ਆਪਾਂ ਆਪਣੇ ਪਰਫਾਰਮੈਂਸ ਨੂੰ ਲਗਾਤਾਰ ਇੰਪਰੂਵ ਕਰਦੇ ਰਹਿਣਾ ਹੈ। ਜਦੋਂ ਆਪਣੀ ਪਰਫਾਰਮੈਂਸ ਇੰਪਰੂਵ ਕਰਾਂਗੇ ਤੇ ਇਹੋ ਜਿਹਾ ਇਨਵਾਇਰਮੈਂਟ ਆਪਾਂ ਆਪਣੇ ਆਰਗੇਨਾਈਜੇਸ਼ਨ ਦੇ ਵਿੱਚ ਕ੍ਰੀਏਟ ਕਰ ਦਈਏ ਜਿਹਦੇ ਵਿੱਚ ਆਪਾਂ ਆਪਣੇ ਪਰਫਾਰਮੈਂਸ ਨੂੰ ਲਗਾਤਾਰ ਇੰਪਰੂਵ ਕਰਦੇ ਰਹੀਏ, ਕਿਉਂਕਿ ਇੰਪਰੂਵਮੈਂਟ ਬਾਰੇ ਜਿੰਨੀ ਦੇਰ ਤੱਕ ਨਹੀਂ ਸੋਚਾਂਗੇ ਉਨੀ ਦੇਰ ਤੱਕ ਅਸੀਂ ਤਰੱਕੀ ਨਹੀਂ ਕਰ ਸਕਦੇ। ਸੋ ਇਸ ਕਰਕੇ ਇੰਪਰੂਵਮੈਂਟ ਇਨ ਪਰਫਾਰਮੈਂਸ ਇਹ ਵੀ ਇੱਕ ਆਪਣਾ ਟਾਰਗੇਟ ਜਿਹੜਾ ਹੈ ਹੋਣਾ ਚਾਹੀਦਾ, ਆਬਜੈਕਟਿਵ ਹੋਣਾ ਚਾਹੀਦਾ। ਨੈਕਸਟ ਹੈ ਜੀ 5ਵਾਂ ਪੁਆਇੰਟ ਇਨਕਰੀਜ਼ ਇਨ ਮਾਰਕੀਟ ਸ਼ੇਅਰ। ਇਨਕਰੀਜ਼ ਇਨ ਮਾਰਕੀਟ ਸ਼ੇਅਰ ਦਾ ਮਤਲਬ ਹੈ, ਮਾਰਕੀਟ ਸ਼ੇਅਰ ਦਾ ਮਤਲਬ ਕਿ ਜਿੰਨਾ ਅਸੀਂ ਪ੍ਰੋਡਕਟ ਸੇਲ ਕਰਾਂਗੇ ਉਨਾ ਹੀ ਵੱਧ ਤੋਂ ਵੱਧ ਮਾਰਕੀਟ ਦਾ ਸ਼ੇਅਰ ਆਪਣੀ ਕੰਪਨੀ ਦੇ ਵਿੱਚ ਆਏਗਾ। ਸੋ ਇਹ ਏਮ ਹੋਣਾ ਚਾਹੀਦਾ, ਆਬਜੈਕਟਿਵ ਹੋਣਾ ਚਾਹੀਦਾ ਕਿਸੇ ਵੀ ਆਰਗੇਨਾਈਜੇਸ਼ਨ ਦਾ ਕਿ ਉਹ ਵੱਧ ਤੋਂ ਵੱਧ ਸੇਲ ਕਰੇ, ਵੱਧ ਤੋਂ ਵੱਧ ਮਾਰਕੀਟ ਕਵਰ ਕਰਨ ਦੀ ਕੋਸ਼ਿਸ਼ ਕਰੇ। ਉਹਦੇ ਵਿੱਚ ਉਹ ਬਹੁਤ ਸਾਰੀਆਂ ਮਾਰਕੀਟ ਸਟ੍ਰੈਟਜੀਜ਼ ਯੂਜ਼ ਕਰ ਸਕਦੀ ਹੈ। ਕਈ ਆਪਣੇ ਵਧੀਆ ਕੁਆਲਿਟੀ ਦਾ ਪ੍ਰੋਡਕਟ ਵਧੀਆ ਪ੍ਰਾਈਸ ਦੇ ਉੱਪਰ ਦੇ ਸਕਦੀ ਆ। ਕਈ ਪ੍ਰੋਡਕਟ ਆਪਾਂ ਕਈ ਵਾਰੀ ਕੋਈ ਕੰਪਨੀਆਂ ਸੇਲਸ ਪ੍ਰਮੋਸ਼ਨ ਵਾਸਤੇ ਕਈ ਪ੍ਰੋਡਕਟ ਫ੍ਰੀ ਦਿੰਦੀਆਂ ਨਾਲ। ਸੋ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਮਾਰਕੀਟ ਸਟ੍ਰੈਟਜੀਜ਼ ਯੂਜ਼ ਕਰਕੇ ਜਿਹੜਾ ਹੈ ਅਸੀਂ ਆਪਣੇ ਮਾਰਕੀਟ ਸ਼ੇਅਰ ਨੂੰ ਵਧਾ ਸਕਦੇ ਹਾਂ। ਸੋ ਇਹ ਵੀ ਆਪਣਾ ਇੱਕ ਆਬਜੈਕਟਿਵ ਹੋਣਾ ਚਾਹੀਦਾ ਹੈ। ਨੈਕਸਟ ਹੈ ਜੀ ਰਿਸਰਚ ਐਂਡ ਡਿਵੈਲਪਮੈਂਟ। ਰਿਸਰਚ ਐਂਡ ਡਿਵੈਲਪਮੈਂਟ ਦਾ ਮਤਲਬ ਹੈ ਕਿ ਆਪਣੇ ਪ੍ਰੋਡਕਟ ਦੇ ਬਾਰੇ ਜੋ ਵੀ ਤੁਸੀਂ ਪ੍ਰੋਡਕਟ ਆਪਣੀ ਕੰਪਨੀ ਤਿਆਰ ਕਰਵਾ ਰਹੇ ਹੋ ਉਹਨੂੰ ਹਮੇਸ਼ਾ ਰਿਸਰਚ ਐਂਡ ਡਿਵੈਲਪਮੈਂਟ ਬਾਰੇ ਤੇ ਰਿਸਰਚ ਕਰਦੇ ਰਹਿਣਾ, ਇੰਪਰੂਵ ਕਿਵੇਂ ਕਰਨਾ ਹੈ ਉਸ ਪ੍ਰੋਡਕਟ ਨੂੰ, ਕਿਉਂਕਿ ਜਿਵੇਂ ਕਸਟਮਰ ਕੋਲੋਂ
प्रोडक्ट यूज़ करने तो बाद सानू फीडबैक मिलती है, फिर उन्होंने फीडबैक के जरिए सानू ये पता लगता है कि अपने प्रोडक्ट के विच की खामियां ने, फिर उन्होंने खामियां नू दूर करके उस प्रोडक्ट को लगातार इंप्रूव करते रहना, ये बहुत ज़रूरी है। सो ये भी अपना एक टारगेट होना चाहिए कि आप रिसर्च एंड डिवेलपमेंट जोड़ा ये बारे लगातार काम करते रहिए, अपने प्रोडक्ट को लगातार डिवेलप करते रहिए। दूसरी जी हैडिंग ये आती है जी अपनी ਜਿਹੜੇ ਪਹਿਲਾਂ पढ़े वो अपने ऑर्गेनाइजेशनल ऑब्जेक्टिव सी, जेकर आप एक कंपनी के पॉइंट ऑफ व्यू ना वेखिए तो की ऑब्जेक्टिव होने चाहिए। हुण आप देख रहे हैं कि एक समाजिक तौर पर अपने की ऑब्जेक्टिव होने चाहिए किसी कंपनी के। सब तो पहला है जी हाई क्वालिटी लो प्राइस। अपने प्रोडक्ट की क्वालिटी हमेशा हाई रखो, प्राइस उसका हमेशा घट तो घट रखो। सब तो पहला टारगेट किसी भी समाज के रहने वाले किसी भी बंदे वास्ते कि उन्होंने बहुत अच्छा प्रोडक्ट मिले, बहुत हाई क्वालिटी का प्रोडक्ट मिले तो बहुत घट रेट के उपर मिले। सो ये अपना पहला सोशल ऑब्जेक्टिव होना चाहिए। दूसरा पॉइंट है जी सोशल इक्वैलिटी। सोशल इक्वैलिटी का मतलब है कि हमेशा ये मैनेजमेंट का ऑब्जेक्टिव होना चाहिए है कि उन्होंने सोशल इक्वैलिटी नू सोसाइटी दे विच किवें प्रमोट करना है। ये वास्ते बहुत सारे एफर्ट्स कर सकती है, जिमें फ्री एजुकेशनल फैसिलिटीज़ प्रोवाइड करनिया, फ्री हैल्थ फैसिलिटीज़ प्रोवाइड करनिया। ये हो सकता है कि जेकर कि गरीब जनता वास्ते या जोड़े उस सोसाइटी के लोग ने जोड़े अफोर्ड नहीं कर सकते इन्होंने चीज़ों, उन्होंने वो चीज़ा फ्री प्रोवाइड करनिया या बहुत घट रेट के उपर प्रोवाइड करनिया। ये भी एक सोशल इक्वैलिटी का एम लैके आप चल सकते हैं। तीसरा पॉइंट है जी पोल्यूशन कंट्रोल। पोल्यूशन कंट्रोल बहुत ज़रूरी है, क्योंकि ऑर्गेनाइजेशन सिर्फ ये ना वेखे भी उन्होंने प्रॉफिट कमाना है, तो प्रॉफिट किस हद तक जाके कमाना है, की नुकसान करके कमाना है, भावें वो कुदरत का भी नुकसान करे, लेकिन वो ये चीज़ सोच के चले कि उन्होंने एक्टिविटीज़ इदां दियां होनी चाहिए कि वो जो कुछ भी काम कर रहे हैं वह अपने इन्वायरमेंट के उपर जो पॉजिटिव इफैक्ट पैना चाहिए, वह नैगेटिव इफैक्ट नहीं होना चाहिए। सो इस करके पोल्यूशन ये ध्यान रखना है कि पोल्यूशन कंट्रोल करे, वो टैक्नीक्स वो मैथड यूज़ करे प्रोडक्शन वास्ते जिहदे नाल वो घट तो घट पोल्यूशन जोड़ा वो इन्वायरमेंट के विच फैलाए। सो ये भी एक एम होना चाहिए वह। चौथा जोड़ा अपना सोशल ऑब्जेक्टिव आ जाता जी टू प्रमोट सोशल वेलफेयर। सोशल वेलफेयर को बढ़ावा देना। सोशल वेलफेयर का मतलब है समाज के भले वास्ते कोई काम करने, ये भी अपना एक टारगेट होना चाहिए। ये वास्ते आप की कर सकते हैं, ये वास्ते कंपनी कर सकती है ड्रिंकिंग वाटर प्रोवाइड करे, टॉयलेट्स प्रोवाइड करे, या जिहड़ियां पब्लिक प्लेसिस है अपनियां जिन्हां दे उपर ये सारियां फैसिलिटीज़ नहीं मिलदियां उत्थे उन्होंने प्रोवाइड करने का काम करे। सो ये नाल की होएगा, उस कंपनी की जिहड़ी इमेज है, जदों कोई भी कंपनी फ्री ये सारिया चीज़ां प्रोवाइड करेगी तो उन्हों की इमेज भी जी लोगों दी नज़रों के सुधरेगी। इस करके समाज के कंपनी जी चंगी मनी जाती है जिहड़ियां चीज़ां प्रोवाइड करती है अपने नाल प्रॉफिट कमाने के नाल। सो ये भी अपना एक एम होना चाहिए। नैक्सट है जी एम्पलॉयमेंट जनरेशन। एम्पलॉयमेंट जनरेशन का मतलब है वध तो वध एम्पलॉयमेंट जनरेट करनिया, वध तो वध लोगों नूं अपनी कंपनी दे विच हायर करना, वध तो वध उन्होंने वास्ते मौके पैदा करने कि वो अपनी रोज़ी रोटी जी वो कमा सकन। सो एक जरिया बनना उन्होंने वास्ते वध तो वध लोगों को अपनी कंपनी काम दे के उन्होंने उन्होंने पैरों के उपर खड़ा करना। सो ये भी एक एम होना चाहिए सोशल समाजिक तौर पर जो आप देखिए सोशल ऑब्जेक्टिव। लास्ट सोशल ऑब्जेक्टिव आप लै सकते हैं जी रैपिड इकनॉमिक ग्रोथ। रैपिड इकनॉमिक ग्रोथ का मतलब है जिमें जिमें अपनी इकनॉमिक ग्रोथ होगी, पैसे की ग्रोथ होगी, उवें उवें वो बैनीफिट्स जोड़े सोसाइटी तक पहुँचणगे। देखो जे कंपनी की जेब के पैसा आएगा तो कंपनियां की जेब तो वो पैसा फिर एंपलॉइज़ की जेब के भी जाएगा। सो जिथे आप कंपनी की इकनॉमिक ग्रोथ की गल करते हैं उत्थे फिर उस चीज़ का प्रभाव जोड़ा है वो उन्होंने नाल जुड़े लोगों तक भी जाएगा। सो यदा एक पॉजिटिव इंपैक्ट जोड़ा एक पॉजिटिव कॉन्ट्रीब्यूशन जोड़ा पैंदा है इकनॉमिक ग्रोथ का। सो इस करके ये भी अपना एक ऑब्जेक्टिव होना चाहिए। हुण एक तीसरी हैडिंग है जी लास्ट हैडिंग है जी परसनल ऑब्जेक्टिव। दो तरह के ऑब्जेक्टिव आप पढ़ लिया, एक अपना ऑर्गेनाइजेशनल ऑब्जेक्टिव सीगे, दूसरे आप पढ़े समाजिक तौर पर की ऑब्जेक्टिव होने चाहिए सोशल ऑब्जेक्टिव, तो तीसरे हुण आप पढ़न लगे हैं भी परसनल ऑब्जेक्टिव की होने चाहिए कि जे आप एंपलॉइज़ की गल करिए ये वो ऑब्जेक्टिव ने जिहड़े कि एंपलॉइज़ के नाल रिलेटेड ने। सब तो पहला होना चाहिए जी एप्रोप्रीएट रेमूनरेशन। एप्रोप्रीएट रेमूनरेशन का मतलब है कि उन्होंने काम के अकॉर्डिंग उन्होंने बिल्कुल फेयर वेज या कह लो फेयर सैलरी जी मिलनी चाहिए जो उन्होंने हक बनता है। दूसरा उन्होंने वो सैलरी वो वेजिज उन्होंने बिल्कुल टाइम पर मिलना, ये अपना सब तो पहला
ਜਿਹੜਾ ਪਰਸਨਲ ਆਬਜੈਕਟਿਵ ਜਿਹੜਾ ਹੋਣਾ ਚਾਹੀਦਾ। ਦੂਸਰਾ ਪਰਸਨਲ ਆਬਜੈਕਟਿਵ ਕੀ ਹੈ ਜੀ, ਓਪਰਚੁਨਿਟੀਜ਼ ਫॉर ਡਿਵੈਲਪਮੈਂਟ। ਉਹਨਾਂ ਵਾਸਤੇ ਡਿਵੈਲਪਮੈਂਟ ਵਾਸਤੇ ਕਈ ਸਾਰੀਆਂ ਓਪਰਚੁਨਿਟੀਜ਼ ਕ੍ਰੀਏਟ ਕਰਨਾ, ਕਿਉਂਕਿ ਆਪਣੇ ਬਿਜ਼ਨਸ ਇਨਵਾਇਰਨਮੈਂਟ ਦੇ ਵਿੱਚ ਕਈ ਸਾਰੇ ਮੈਥਡਸ, ਕਈ ਸਾਰੀਆਂ ਟੈਕਨੀਕਸ, ਕਈ ਸਾਰੀਆਂ ਮਸ਼ੀਨਰੀਜ਼ ਨਵੀਆਂ ਆਉਂਦੀਆਂ ਰਹਿੰਦੀਆਂ, ਚੇਂਜ ਹੁੰਦਾ ਰਹਿੰਦਾ। ਸੋ ਜਦੋਂ ਵੀ ਕੁਛ ਨਵਾਂ ਆਉਂਦਾ ਹੈ, ਆਪਣੇ ਐਮਪਲੋਈਜ਼ ਨੂੰ ਪ੍ਰੋਫੈਸ਼ਨਲੀ ਡਿਵੈਲਪ ਕਰਨ ਦੇ ਲਈ ਉਹਨਾਂ ਨੂੰ ਟ੍ਰੇਨਡ ਕਰਨਾ, ਉਹਨਾਂ ਦੇ ਇਹ ਕਹਿ ਲਓ ਕਿ ਅਪਗ੍ਰੇਡ ਸੈਸ਼ਨ ਲਾਉਣੇ, ਜਿਹਦੇ ਨਾਲ ਉਹਨਾਂ ਦੀ ਨੌਲੇਜ ਨੂੰ ਅਪਗ੍ਰੇਡ ਕੀਤਾ ਜਾਵੇ। ਸੋ ਜਦੋਂ ਉਹਦੀ ਨੌਲੇਜ ਅਪਗ੍ਰੇਡ ਹੋਏਗੀ, ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਦੀ ਫਿਰ ਡਿਵੈਲਪਮੈਂਟ ਜਿਹੜੀ ਆ ਉਹਨਾਂ ਨੂੰ ਮੌਕਾ ਮਿਲੇਗਾ ਡਿਵੈਲਪਮੈਂਟ ਕਰਨ ਦਾ, ਕਿ ਅਸੀਂ ਡਿਵੈਲਪ ਹੋ ਰਹੇ ਹਾਂ। ਤੀਸਰਾ ਜਿਹੜਾ ਆਬਜੈਕਟਿਵ ਹੋਣਾ ਚਾਹੀਦਾ ਐਮਪਲੋਈਜ਼ ਦੇ ਨਾਲ ਰਿਗਾਰਡਿੰਗ, ਉਹ ਹੈ ਜੀ ਐਪਰੋਪਰੀਏਟ ਵਰਕਿੰਗ ਕੰਡੀਸ਼ਨਸ। ਵੀ ਉਹਨਾਂ ਨੂੰ ਵਰਕਿੰਗ ਕੰਡੀਸ਼ਨਸ ਬਹੁਤ ਐਪਰੋਪਰੀਏਟ ਪ੍ਰੋਵਾਈਡ ਕਰਨੀਆਂ, ਜਿਹਦੇ ਨਾਲ ਐਮਪਲੋਈਜ਼ ਜਿਹੜੇ ਆ ਉਹ ਚੰਗੀ ਵਰਕਿੰਗ ਕੰਡੀਸ਼ਨਸ ਦੇ ਵਿੱਚ ਕੰਮ ਕਰਨ। ਮਤਲਬ ਉਹ ਜੇਕਰ ਆਪਾਂ ਚੰਗੀਆਂ ਵਰਕਿੰਗ ਕੰਡੀਸ਼ਨਸ ਦੇਵਾਂਗੇ, ਜਿਵੇਂ ਇਹਦੇ 'ਚ ਆਪਾਂ ਸਾਰਾ ਇਨਫਰਾਸਟਰਕਚਰ ਲੈ ਸਕਦੇ ਹਾਂ ਕਿ ਹਰ ਇੱਕ ਚੀਜ਼ ਬਿਲਕੁਲ ਜਗ੍ਹਾ 'ਤੇ ਪਈ ਹੋਵੇ, ਹਰ ਇੱਕ ਐਮਪਲੋਈ ਨੂੰ ਇੱਕ ਪ੍ਰੋਪਰ ਜਗ੍ਹਾ ਦਿੱਤੀ ਹੋਵੇ, ਉਹਨਾਂ ਨੂੰ ਲੰਚ ਕਰਨ ਵਾਸਤੇ, ਉਹਨਾਂ ਨੂੰ ਬਹਿਣ ਵਾਸਤੇ, ਰੈਸਟ ਕਰਨ ਵਾਸਤੇ ਹਰ ਇੱਕ ਚੀਜ਼ ਪ੍ਰੋਵਾਈਡ ਕਰਨੀ, ਲਾਈਟਿੰਗ, ਫਿਰ ਉਹਨਾਂ ਨੂੰ 에ਅਰ ਕੰਡੀਸ਼ਨਸ ਪ੍ਰੋਵਾਈਡ ਕਰਨੇ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਵਰਕਿੰਗ ਕੰਡੀਸ਼ਨ 'ਚ ਮੈਟਰ ਕਰਦੀਆਂ। ਸੋ ਇਹ ਸਾਰੀਆਂ ਚੰਗੀਆਂ ਚੀਜ਼ਾਂ ਪ੍ਰੋਵਾਈਡ ਕਰਨੀਆਂ ਤਾਂ ਕਿ ਉਹਨਾਂ ਦਾ ਪ੍ਰੋਫਿਟ ਇਨਕਰੀਜ਼ ਹੋ ਸਕੇ ਅਤੇ ਉਹ ਸਾਰੇ ਐਮਪਲੋਈ ਐਫੀਸ਼ੀਐਂਸੀ ਦੇ ਨਾਲ ਕੰਮ ਕਰ ਸਕਣ। ਚੌਥਾ ਜਿਹੜਾ ਆਪਣਾ ਆਬਜੈਕਟਿਵ ਹੋਣਾ ਚਾਹੀਦਾ ਹੈ ਪਰਸਨਲ ਆਬਜੈਕਟਿਵ, ਉਹ ਹੈ ਜੀ ਡਿਸਿਪਲਿਨ ਅਤੇ ਮੋਰਲ। ਡਿਸਿਪਲਿਨ ਨੂੰ ਹਮੇਸ਼ਾ ਬਣਾ ਕੇ ਰੱਖਣਾ। ਦੂਸਰਾ ਮੋਰਲ ਬੂਸਟ ਕਰਦੇ ਰਹਿਣਾ, ਯਾਨੀ ਆਪਣੇ ਐਮਪਲੋਈਜ਼ ਦਾ ਮੋਰਲ ਜਿਹੜਾ ਹਾਈ ਰੱਖੋਗੇ, ਉਹਨਾਂ ਨੂੰ ਮੋਟੀਵੇਟ ਕਰਦੇ ਰਹੋਗੇ, ਜ਼ਾਹਿਰ ਜੀ ਗੱਲ ਹੈ ਕਿ ਉਹ ਬਹੁਤ ਅੱਛੇ ਤਰੀਕੇ ਦੇ ਨਾਲ ਜਿਹੜਾ ਉਹ ਆਪਣਾ ਆਬਜੈਕਟਿਵ ਜਿਹੜਾ ਅਚੀਵ ਕਰ ਸਕਣਗੇ। ਨੈਕਸਟ ਪੁਆਇੰਟ ਹੈ ਜੀ ਇਹਦਾ ਰਿਕਗਨੀਸ਼ਨ। ਰਿਕਗਨੀਸ਼ਨ ਦਾ ਮਤਲਬ ਆ ਕਿ ਜੇਕਰ ਕੋਈ ਵੀ ਐਮਪਲੋਈ ਵਧੀਆ ਪਰਫਾਰਮੈਂਸ ਦੇ ਰਿਹਾ ਹੈ, ਕਿਉਂਕਿ ਇਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਜੇਕਰ ਕੰਪੀਟੀਸ਼ਨ ਨਹੀਂ ਹੋਏਗਾ ਐਮਪਲੋਈਜ਼ ਦੇ ਵਿੱਚ ਵੀ, ਤਾਂ ਵੀ ਐਮਪਲੋਈਜ਼ ਆਪਣਾ ਪੂਰਾ ਐਫਰਟਸ ਨਹੀਂ ਲਗਾਉਣਗੇ। ਸੋ ਇਸ ਕਰਕੇ ਕੀ ਹੋ ਸਕਦਾ ਹੈ ਕਿ ਉਹਨਾਂ ਨੂੰ ਰਿਕਗਨਾਈਜ਼ ਕੀਤਾ ਜਾਵੇ, ਹਰ ਇੱਕ ਦੀ ਪਰਫਾਰਮੈਂਸ ਨੂੰ ਜਿਹੜਾ ਨੋਟ ਕੀਤਾ ਜਾਵੇ, ਹਰ ਇੱਕ ਦੀ ਪਰਫਾਰਮੈਂਸ ਨੂੰ ਨੋਟ ਕਰਨ ਤੋਂ ਬਾਅਦ ਉਹਨਾਂ ਦੇ ਅਕੋਰਡਿੰਗ, ਉਹਨਾਂ ਦੀ ਪਰਫਾਰਮੈਂਸ ਦੇ ਅਕੋਰਡਿੰਗ ਉਹਨਾਂ ਨੂੰ ਐਪਰੀਸ਼ੀਏਸ਼ਨ ਸਰਟੀਫਿਕੇਟਸ, ਫਾਈਨੈਂਸ਼ੀਅਲ ਇਨਸੈਂਟਿਵਸ, ਜਿਵੇਂ ਕਿਸੇ ਨੂੰ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਤੀ, ਉਹਨਾਂ ਦੇ ਪ੍ਰਮੋਸ਼ਨਸ ਕਰਨੇ, ਵੀ ਜੇ ਕੋਈ ਚੰਗਾ ਕੰਮ ਕਰ ਰਿਹਾ ਤਾਂ ਉਹਨਾਂ ਨੂੰ ਪ੍ਰਮੋਟ ਕਰਨਾ, ਜਿਹੜੇ ਕਿ ਉਸ ਐਮਪਲੋਈ ਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਜਾਂ ਪ੍ਰਮੋਟ ਕਰਨ ਦੇ ਵਿੱਚ ਤੁਹਾਨੂੰ ਬਹੁਤ ਹੈਲਪਫੁਲ ਹੋਣਗੇ। ਨਾਲੇ ਇਹ ਵੀ ਪਤਾ ਲੱਗੇਗਾ ਕਿਹੜਾ ਐਮਪਲੋਈ ਤੁਹਾਨੂੰ ਕਿੰਨਾ ਬੈਨੀਫਿਟ ਦੇ ਰਿਹਾ ਹੈ। ਲਾਸਟ ਪੁਆਇੰਟ ਹੈ ਜੀ ਇਹਦਾ ਰਿਪਰਜ਼ੈਂਟੇਸ਼ਨ। ਰਿਪਰਜ਼ੈਂਟੇਸ਼ਨ ਦਾ ਮਤਲਬ ਹੈ ਟਾਈਮ ਟੂ ਟਾਈਮ ਇਹ ਕੰਪਨੀ ਦਾ, ਇਹ ਮੈਨੇਜਮੈਂਟ ਦਾ ਪਰਸਨਲ ਆਬਜੈਕਟਿਵ ਹੋਣਾ ਚਾਹੀਦਾ ਹੈ ਕਿ ਉਹ ਹਰ ਇੱਕ ਗਰੁੱਪ ਨੂੰ ਰਿਪਰਜ਼ੈਂਟ ਕਰੇ। ਕਹਿਣ ਦਾ ਮਤਲਬ ਕੋਈ ਟਾਈਮ ਟੂ ਟਾਈਮ ਮੀਟਿੰਗਸ ਰੱਖੇ, ਉਹਨਾਂ ਦੇ ਨਾਲ ਗੱਲਬਾਤ ਕਰੇ, ਜਿਹਦੇ ਨਾਲ ਉਹਨਾਂ ਨੂੰ ਕੀ ਬੈਨੀਫਿਟ ਹੋਏਗਾ ਕਿ ਉਹਨਾਂ ਨੂੰ ਉਸ ਸੁਸਾਇਟੀ ਦੇ ਵਿੱਚ ਰਹਿੰਦੇ ਜਾਂ ਇਹ ਕਹਿ ਲਓ ਉਸ ਗਰੁੱਪ ਨੂੰ ਚੰਗੇ ਤਰੀਕੇ ਦੇ ਨਾਲ ਸਟੱਡੀ ਕਰਨ ਦਾ ਜਿਹੜਾ ਮੌਕਾ ਮਿਲੇਗਾ, ਉਹਨਾਂ ਦੀਆਂ ਪ੍ਰੋਬਲਮਸ ਸਮਝਣ ਦਾ ਮੌਕਾ ਮਿਲੇਗਾ, ਉਹਨਾਂ ਦੀਆਂ ਜ਼ਰੂਰਤਾਂ ਸਮਝਣ ਦਾ ਮੌਕਾ ਮਿਲੇਗਾ। ਸੋ ਇਹ ਸਾਰੇ ਦੇ ਸਾਰੇ ਜਿਹੜੇ ਆ ਆਬਜੈਕਟਿਵਸ ਮੈਂ ਆਸ ਕਰਦਾ ਕਿ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਜੇਕਰ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।